ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਇਹ ਦਿਹਾੜਾ ਸਿੱਖ ਕੌਮ ਖਾਲਸਾ ਪੰਥ ਦੇ ਅੰਦਰ ਬੜਾ ਹੀ ਮਾਣਮੱਤਾ ਸ਼ਾਨਮੱਤਾ ਦਿਹਾੜਾ ਹੈ। ਜਦੋਂ ਖਾਲਸਾਈ ਫੌਜਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਦੀ ਕਮਾਨ ਦੇ ਹੇਠ ਚੱਪੜਚਿੜੀ ਦੇ ਮੈਦਾਨ ਦੇ ਅੰਦਰ ਵਜ਼ੀਰ ਖਾਨ ਦੀਆਂ ਮੁਗਲਈ ਫੌਜਾਂ ਨੂੰ ਇੱਕ ਕਰਾਰੀ ਹਾਰ ਦਿੱਤੀ ਔਰ ਖਾਲਸਾ ਰਾਜ ਦਾ ਜਿਹੜਾ ਸੀ ਉਹ ਮੁੱਢ ਬਣਿਆ। ਕੇਵਲ ਭਾਰਤ ਵਰਸ਼ ਦੇ ਇਤਿਹਾਸ ਦੇ ਅੰਦਰ ਹੀ ਨਹੀਂ, ਪੂਰੇ ਦੱਖਣੀ ਏਸ਼ੀਆ ਦੇ ਇਤਿਹਾਸ ਦੇ ਅੰਦਰ ਇਹ ਜਿੱਤ ਨੇ ਇੱਥੋਂ ਦੇ ਇਤਿਹਾਸ ਰਾਜਨੀਤੀ ਨੂੰ ਹੀ ਨਹੀਂ ਕੇਵਲ ਬਦਲਿਆ, ਸਗੋਂ ਜਿਹੜੀਆਂ ਭੂਗੋਲਿਕ ਪ੍ਰਸਥਿਤੀਆਂ ਸਨ ਉਹਨਾਂ ਦੇ ਅੰਦਰ ਵੀ ਬਹੁਤ ਵੱਡਾ ਬਦਲਾਅ ਆਇਆ। ਇਸ ਜਿੱਤ ਦੇ ਨਾਲ ਜਿੱਥੇ ਮੁਗਲ ਸਮਰਾਟ ਦਾ ਜਿਹੜਾ ਬਹੁਤ ਵੱਡਾ ਲੰਮੀ ਸਦੀ ਤੋਂ ਚੱਲ ਆ ਰਿਹਾ ਰਾਜ ਸੀ, ਉਹਦਾ ਸੂਰਜ ਅਸਤ ਹੋਣਾ ਪ੍ਰਾਰੰਭ ਹੋਇਆ। ਉੱਥੇ ਲੰਮੇਰੇ ਸਮੇਂ ਤੋਂ ਜਿਹੜੇ ਭਾਰਤ ਵਰਸ਼ ਵੱਲ ਦੇ ਲੋਕ ਗੁਲਾਮੀ ਦੀਆਂ ਜੰਜੀਰਾਂ ਦੇ ਅੰਦਰ ਜਕੜੇ ਸਨ, ਉਹਨਾਂ ਨੂੰ ਅਹਿਸਾਸ ਹੋਇਆ ਔਰ ਉਹ ਗੁਲਾਮੀ ਦੀਆਂ ਜੰਜੀਰਾਂ ਤੋੜਨ ਦੇ ਵਾਸਤੇ ਇੱਕ ਸੁਚੱਜਾ ਜਿਹੜਾ ਰਾਹ ਸੀ ਉਹਨਾਂ ਨੂੰ ਮਿਲਿਆ। ਉੱਥੇ ਹੀ ਇਸ ਜਿੱਤ ਨੇ ਗੁਰੂ ਨਾਨਕ ਸਾਹਿਬ ਜੀ, ਭਗਤ ਰਵਿਦਾਸ ਜੀ, ਗੁਰੂ ਕੀ ਬਾਣੀ ਦੇ ਫਲਸਫੇ ਦੇ ਅਨੁਸਾਰੀ ਜੋ ਰਾਜ ਹੈ, ਬੇਗਮਪੁਰਾ ਸ਼ਹਿਰ ਕੋ ਨਾਉ ਹਲੀਮੀ ਰਾਜ ਦੀ ਜਿਹੜੀ ਸਥਾਪਨਾ ਦਾ ਮੁੱਢ ਸੀ, ਉਹ ਇਹ ਜਿੱਤ ਨੇ ਬੰਨਿਆ ਹੈ। ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਦੀਨੇ ਕਾਂਗੜ ਦੀ ਧਰਤੀ ਤੇ ਨੇ। ਦੂਜੇ ਪਾਸੇ ਇਹ ਸਰਹੰਦ ਜਿੱਥੇ ਛੋਟੇ ਸਾਹਿਬਜ਼ਾਦੇ ਮਾਤ ਗੁਜਰ ਕੌਰ ਜੀ ਨੂੰ ਸ਼ਹੀਦ ਕੀਤਾ ਗਿਆ, ਜਿੱਥੇ ਮੋਤੀ ਰਾਮ ਮਹਿਰਾ ਜੀ ਦੇ ਪਰਿਵਾਰ ਨੂੰ ਕੋਹਲੂ ਦੇ ਅੰਦਰ ਪੀੜਿਆ ਗਿਆ। ਇਹ ਖਬਰ ਜਦੋਂ ਦੀਨੇ ਕਾਂਗੜ ਦੀ ਧਰਤੀ ਤੇ ਸਤਿਗੁਰੂ ਨੂੰ ਮਿਲਦੀ ਹੈ ਤੇ ਸਾਹਿਬ ਜੀ ਫਿਰ ਔਰੰਗਜ਼ੇਬ ਵੱਲ ਨੂੰ ਇੱਕ ਜਿੱਤ ਦੀ ਚਿੱਠੀ ਜ਼ਫਰਨਾਮਾ ਲਿਖਦੇ ਨੇ। ਜਿਸ ਜ਼ਫਰਨਾਮੇ ਦੇ ਅੰਦਰ ਸਤਿਗੁਰੂ ਨੇ ਆਪਣੇ ਖਾਲਸੇ ਦੇ ਉੱਤੇ ਬੜਾ ਮਾਣ ਕੀਤਾ। ਸਾਹਿਬ ਜੀ ਨੇ ਆਖਿਆ, ਔਰੰਗਜ਼ੇਬ ਕੀ ਹੋਇਆ ਜੇ ਤੂੰ ਮੇਰੇ 4 ਪੁੱਤਰ ਕੋਹ ਕਰਕੇ ਮਾਰ ਦਿੱਤੇ ਨੇ, ਪਰ ਮੇਰਾ ਭੁਜੰਗੀ ਖਾਲਸਾ ਕੁੰਡਲੀਆ ਸੱਪ ਅਜੇ ਜਿਉਂਦਾ ਹੈ, ਉਹ ਇੰਤਕਾਮ ਲਵੇਗਾ। ਕਾਹਦੀ ਮਰਦਾਨਗੀ ਹੈ ਕਿ ਤੂੰ 4 ਚੰਗਿਆੜੀਆਂ ਨੂੰ ਬੁਝਾ ਕਰਕੇ ਇੱਕ ਭਾਂਬੜ ਨੂੰ ਬਾਲ ਬੈਠਾ ਹੈ। ਐਸਾ ਭਾਂਬੜ ਬਾਲਿਆ ਹੈ ਜਿਹੜਾ ਤੇਰੇ ਪੈਰਾਂ ਦੇ ਹੇਠ ਅੱਗ ਵਿਛਾ ਦੇਵੇਗਾ। ਉਹ 2 ਸ਼ੇਰ ਨੇ ਸਤਿਗੁਰੂ ਦੇ, ਜਿਹਾਂ ਚੁੱਧ ਕੇ ਚੂੰ ਬਚਗਾ ਕੁਸਤਾ ਚਾਰ ਕਿ ਬਾਕੀ ਬਮਾਨਦਸਤ ਪੇਚੀ ਦਾ ਮਾਰ, ਚੇ ਮਰਦੀ ਕੇ ਅਕਗਰ ਖਾਮੋਸ਼ਾ ਕੁਣੀ ਕੇ ਆਤਸ਼ ਦਮਾਰਾ ਬਦੌਰਾ ਕੁਨੀ। ਤੂੰ 4 ਚੰਗਿਆੜੀਆਂ ਨਹੀਂ ਬੁਝਾਈਆਂ, ਇੱਕ ਅੱਗ ਦਾ ਭਾਂਬੜ ਬਾਲਿਆ ਹੈ। ਇਹ ਮੁਗਲ ਸਮਰਾਜ, ਇਹ ਮੁਗਲ ਰਾਜ ਦੀ ਖੇਹ ਉਡਾਉਣ ਦੇ ਵਾਸਤੇ ਉਹ ਫਿਰ ਖਾਲਸਾ ਨੰਦੇੜ ਦੀ ਧਰਤੀ ਤੋਂ ਵਾਕਿਆ ਹੀ ਅੱਗ ਦਾ ਭਾਂਬੜ ਬਣ ਕੇ ਚੱਲਿਆ ਹੈ। ਗੁਰੂ ਕਾ ਬੰਦਾ ਬਾਬਾ ਬੰਦਾ ਸਿੰਘ ਬਹਾਦਰ, ਜਿਸ ਨੂੰ ਸਤਿਗੁਰੂ ਨੇ ਅਸੀਸ ਦੇ ਕਰਕੇ ਤੋਰਿਆ, ਜਿਸ ਨੂੰ ਸਤਿਗੁਰੂ ਨੇ ਆਪਣੇ ਪੱਥੇ ਦੇ ਵਿੱਚੋਂ 5 ਤੀਰ ਬਖਸ਼ੇ, ਜਿਸ ਨੂੰ ਸਤਿਗੁਰੂ ਜੀ ਨੇ ਨਗਾਰਾ ਬਖਸ਼ਿਆ, ਜਿਸ ਨੂੰ ਸਤਿਗੁਰੂ ਜੀ ਨੇ ਨਿਸ਼ਾਨ ਸਾਹਿਬ ਬਖਸ਼ਿਸ਼ ਕੀਤਾ। 5 ਪਿਆਰੇ, 5 ਸਲਾਹਕਾਰ ਦੇ ਰੂਪ ਦੇ ਅੰਦਰ ਭਾਈ ਬਾਜ ਸਿੰਘ ਜੀ, ਭਾਈ ਕਾਹਨ ਸਿੰਘ ਜੀ, ਭਾਈ ਬਨੋਦ ਸਿੰਘ ਜੀ, ਭਾਈ ਦਇਆ ਸਿੰਘ ਜੀ, ਭਾਈ ਰਣ ਸਿੰਘ ਜੀ, ਇਹਨਾਂ ਨੂੰ ਨਾਲ ਤੋਰਿਆ ਹੈ, ਜਿਨ੍ਹਾਂ ਨੂੰ ਅਮਰਨਾਮੇ ਦੇ ਅੰਦਰ ਸੁਤੰਤਰ ਹਸਤੀ ਦੇ ਮਾਲਕ ਜਾਂ ਆਜ਼ਾਦ ਪਰਿੰਦੇ ਲਿਖਿਆ ਗਿਆ। 20 ਕੁ ਸਿੰਘਾਂ ਦਾ ਜਥਾ ਫੌਜੀ ਰੂਪ ਦੇ ਅੰਦਰ ਨਾਲ ਦਿੱਤਾ। ਮਾਨੋ ਇਹ ਜਿਹੜੀਆਂ 5 ਨਿਸ਼ਾਨੀਆਂ ਸਨ ਸੁਤੰਤਰ ਰਾਜ ਦੀਆਂ, ਇਹ ਬਾਦਸ਼ਾਹਤ ਦੀਆਂ ਨਿਸ਼ਾਨੀਆਂ ਸਨ। ਸਤਿਗੁਰੂ ਜੀ ਨੇ ਇਹ ਗੁਰੂ ਕੇ ਸਿੱਖ ਬਾਬਾ ਬੰਦਾ ਸਿੰਘ ਬਹਾਦਰ ਨੂੰ ਨੰਦੇੜ ਤੋਂ ਬਾਦਸ਼ਾਹ ਬਣਾ ਕਰਕੇ ਤੋਰਿਆ ਹੈ, ਨਾਲ ਆਪਣੀਆਂ ਅਸੀਸਾਂ ਦਿੱਤੀਆਂ। ਔਰ ਸਤਿਗੁਰੂ ਦੇ ਬਚਨਾਂ ਦੇ ਉੱਤੇ ਇਹ ਗੁਰੂ ਕੇ ਸਿੱਖ ਨੂੰ ਬਹੁਤ ਪੂਰਨ ਵਿਸ਼ਵਾਸ ਸੀ। ਉਹਨੇ ਇੱਕ ਵਾਰੀ ਨਹੀਂ ਆਖਿਆ ਕਿ ਸਤਿਗੁਰੂ ਜੀ, ਜਿਸ ਜ਼ੁਲਮ ਰਾਜ ਦੀ ਜੜ ਪੁੱਟਣ ਦੇ ਵਾਸਤੇ ਤੁਸੀਂ ਮੈਨੂੰ ਤੋਰਨ ਲੱਗੇ ਹੋ, ਉਹ ਰਾਜ ਕਿੰਨਾ ਕੁ ਸ਼ਕਤੀਸ਼ਾਲੀ ਹੈ।
ਉਹਨਾਂ ਦੇ ਕੋਲ ਕਿੰਨੀਆਂ ਕੁ ਤੋਹਫਾਂ ਨੇ, ਕਿੰਨੀ ਕੁ ਫੌਜ ਹੈ, ਕਿੰਨੇ ਹਾਥੀ ਘੋੜੇ ਨੇ, ਕਿੰਨੇ ਕੁ ਗੋਲੇ ਬਰੂਦ ਦੇ ਜ਼ਖੀਰੇ ਨੇ, ਇਹ ਗਿਣਤੀ ਤੋਂ ਬਾਹਰ ਨੇ। ਤੇ ਸਾਡੇ ਕੋਲ ਕੀ ਹੈ? ਨਹੀਂ, ਉਹਨੂੰ ਭਰੋਸਾ ਸੀ ਗੁਰੂ ਦੇ ਬਚਨਾਂ ਦੇ ਉੱਤੇ। ਉਹਨੇ ਇੱਕ ਹੀ ਗੱਲ ਆਖੀ, ਤੇਰੀ ਚਮਕੌਰ ਦੀ ਕੱਚੀ ਗੜੀ ਮੂਹਰੇ ਕਿਲ੍ਹਾ ਦਿੱਲੀ ਦਾ ਅਸੀਂ ਝੁਕਾ ਦਿਆਂਗੇ, ਝੋਰਾ ਕਰੀ ਨਾ ਕਿਲੇ ਆਨੰਦਪੁਰ ਦਾ, ਕੁੱਲੀ ਕੁੱਲੀ ਨੂੰ ਕਿਲ੍ਹਾ ਬਣਾ ਦਿਆਂਗੇ। ਮਾਛੀਵਾੜੇ ਦੇ ਸੱਥਰ ਦੇ ਗੀਤ ਵਿੱਚੋਂ ਅਸੀਂ ਉੱਠਾਂਗੇ ਤਿੱਖੀ ਤਲਵਾਰ ਬਣ ਕੇ, ਜਿਹੜੇ ਕੰਡਿਆਂ ਜਿਹੜੀਆਂ ਸੂਲਾਂ ਨੇ ਦਿੱਤਾ ਨਾ ਸੌਣ ਤੈਨੂੰ, ਛਾਂਗ ਦਿਆਂਗੇ ਖੰਡੇ ਦੀ ਧਾਰ ਬਣ ਕੇ। ਉਹ ਬਾਬਾ ਬੰਦਾ ਸਿੰਘ ਬਹਾਦਰ ਚੱਲਿਆ ਹੈ। ਦਿੱਲੀ ਦੇ ਨਜ਼ਦੀਕ ਰੋਹਤਕ ਦੇ ਲਾਗੇ ਖੰਡਾ ਸਹੇੜੀ ਪਿੰਡ ਦੇ ਅੰਦਰ ਉਹਨੇ ਆ ਕਰਕੇ ਟਿਕਾਣਾ ਕੀਤਾ, ਜਿੱਥੇ ਕੁਝ ਗੁਰੂ ਕੇ ਸਿੱਖ ਮਿਲੇ। ਉਹਨਾਂ ਨੇ ਭਟਾਵਾਂ ਦਿੱਤੀਆਂ ਔਰ ਇੱਥੋਂ ਹੀ ਫਿਰ ਬਾਬਾ ਬੰਦਾ ਸਿੰਘ ਬਹਾਦਰ ਨੇ ਮਾਝੇ, ਮਾਲਵੇ, ਪੁਆਂਦ, ਦੁਆਬੇ ਦੇ ਜਿਹੜੇ ਸਿੱਖਾਂ ਵੱਲ ਸੀ, ਉਹ ਗੁਰੂ ਸਾਹਿਬ ਜੀ ਦੇ ਬਖਸ਼ਿਸ਼ ਕੀਤੇ ਹੋਏ ਹੁਕਮਨਾਮੇ ਭੇਜੇ। ਭਾਈ ਭਗਤੂ ਜੀ, ਉਹਨਾਂ ਦੀ ਔਲਾਦ ਨੂੰ ਹੁਕਮਨਾਮਾ ਭੇਜਿਆ ਗਿਆ। ਔਰ ਇੱਥੇ ਹੀ ਉਹ ਗੁਰੂ ਕੇ ਪਿਆਰੇ ਸਿੱਖ ਜਿਨ੍ਹਾਂ ਦੇ ਅੰਦਰ ਇਸ ਸਰਹੰਦ ਦੇ ਸਾਕੇ ਦਾ, ਗੁਰੂ ਕੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ, ਆਨੰਦਪੁਰ ਸਾਹਿਬ ਜੀ ਦੇ ਛੱਡਣ ਦਾ ਬੜਾ ਭਾਰੀ ਰੋਹ ਸੀ, ਜਿਨ੍ਹਾਂ ਦੇ ਅੰਦਰ ਅੱਗ ਦੇ ਭਾਂਬੜ ਪਏ ਬਲਦੇ ਸਨ, ਉਹ ਸਾਰੇ ਵਹੀਰਾਂ ਘੱਤ ਕੇ ਜੋ ਵੀ ਉਹਨਾਂ ਦੇ ਕੋਲ ਸਾਜੋ ਸਮਾਨ ਸੀ, ਜੋ ਵੀ ਸ਼ਸਤਰ ਸੀ, ਜਿਹੋ ਜਿਹਾ ਵੀ ਕਿਸੇ ਦੇ ਪਾਸ ਕੋਈ ਘੋੜਾ ਸੀ, ਉਹ ਲੈ ਕਰਕੇ ਬਾਬਾ ਬੰਦਾ ਸਿੰਘ ਬਹਾਦਰ ਦੇ ਕੋਲ ਪੁੱਜਣਾ ਸ਼ੁਰੂ ਹੋਏ ਨੇ। ਇੱਥੇ ਮਾਲਵੇ ਦੇ ਸਿੱਖ ਪੁੱਜੇ, ਦੁਆਬੇ ਦੇ ਸਿੱਖ ਪੁੱਜੇ, ਪਿਆਂਦ ਦੇ ਸਿੱਖ ਆਏ ਔਰ ਇੱਕ ਫੌਜ ਤਿਆਰ ਹੋਈ ਹੈ। ਫਿਰ ਬਾਬਾ ਬੰਦਾ ਸਿੰਘ ਬਹਾਦਰ ਨੇ ਜ਼ਾਲਮਾਂ ਨੂੰ ਸੋਧਣ ਦਾ ਜਿਹੜਾ ਪ੍ਰਣ ਕਰਕੇ ਆਇਆ ਸੀ, ਉਹਨੂੰ ਪੂਰਾ ਕਰਨ ਦੇ ਵਾਸਤੇ ਇੱਥੇ ਫਿਰ ਕਪੂਰੀ ਦੇ ਜਿਹੜੇ ਜ਼ਾਲਮ ਹਾਕਮ ਸਨ, ਉਹਨਾਂ ਨੂੰ ਸੋਧਿਆ ਗਿਆ। ਸੋਨੀਪਤ ਨੂੰ ਜਿੱਤਿਆ ਗਿਆ, ਸ਼ਾਹਬਾਦ ਮਾਰਕੰਡਾ ਜਿੱਤਿਆ ਗਿਆ। ਕੁੰਜਪੁਰਾ ਜਿਹੜਾ ਨਵਾਬ ਵਜ਼ੀਰ ਖਾਨ ਦਾ ਜੱਦੀ ਪਿੰਡ ਸੀ, ਇਹਦੇ ਪੁਰਖਿਆਂ ਦਾ ਪਿੰਡ ਸੀ, ਉਹ ਪਿੰਡ ਉਜਾੜਿਆ ਗਿਆ। ਬਾਬਾ ਬੰਦਾ ਸਿੰਘ ਬਹਾਦਰ ਨੇ ਸਮਾਣਾ ਜਿੱਤਿਆ, ਸਢੌਰਾ ਜਿੱਤਿਆ, ਘੁੜਾਮ ਜਿੱਤਿਆ। ਉਹਨਾਂ ਨੂੰ ਸਜ਼ਾਵਾਂ ਦਿੱਤੀਆਂ ਜਿਨ੍ਹਾਂ ਨੇ ਪੀਰ ਬੁੱਧੂ ਸ਼ਾਹ ਦੇ ਪਰਿਵਾਰ ਨੂੰ ਤਸੀਹੇ ਦਿੱਤੇ ਸਨ। ਹੋਰ ਵੀ ਅਨੇਕਾਂ ਜਿੱਤਾਂ ਜਿੱਤਦਾ ਹੋਇਆ ਬਾਬਾ ਬੰਦਾ ਸਿੰਘ ਬਹਾਦਰ ਬਨੂੜ ਦੀ ਧਰਤੀ ਤੇ ਪੁੱਜਾ ਹੈ। ਇਹ ਬਨੂੜ ਵੀ ਜਿੱਤਿਆ। ਇੱਥੇ ਫਿਰ ਗੁਰੂ ਕੇ ਖਾਲਸੇ ਨੇ ਨਿਰਣਾ ਕੀਤਾ ਕਿ ਹੁਣ ਸਾਡਾ ਲਕਸ਼ ਸਰਹੰਦ ਹੈ। ਅਜੇ ਮਾਝੇ ਦੇ ਜਿਹੜੇ ਗੁਰੂ ਕੇ ਪਿਆਰੇ ਸਿੱਖ ਸਨ, ਮਝੈਲੀਏ ਜਰਨੈਲ ਸਨ, ਉਹ ਨਹੀਂ ਪੁੱਜੇ ਸਨ, ਕਿਉਂਕਿ ਉਹਨਾਂ ਦੇ ਰਸਤੇ ਦੇ ਅੰਦਰ ਬਹੁਤ ਸਾਰੀਆਂ ਰੁਕਾਵਟਾਂ ਸਨ। ਉਹਨਾਂ ਦੇ ਰਸਤੇ ਦੇ ਅੰਦਰ ਕਈ ਦਰਿਆ ਸਨ, ਜਿਨ੍ਹਾਂ ਦਰਿਆਵਾਂ ਦੇ ਉੱਤੇ ਮੁਗਲਾਂ ਨੇ ਆਪਣੇ ਜਿਹੜੇ ਸਨ ਡੇਰੇ ਜਮਾ ਰੱਖੇ ਸਨ ਵੀ ਕਿਸੇ ਤਰ੍ਹਾਂ ਇਹ ਜਿਹੜੀਆਂ ਮਾਝੇ ਦੀਆਂ ਫੌਜਾਂ ਨੇ, ਇਹਨਾਂ ਨੂੰ ਬਾਬਾ ਬੰਦਾ ਸਿੰਘ ਬਹਾਦਰ ਦੀ ਫੌਜ ਦੇ ਅੰਦਰ ਮਿਲਣ ਤੋਂ ਰੋਕਿਆ ਜਾਵੇ। ਕਿਉਂਕਿ ਜਾਣਦੇ ਸਨ ਜੇ ਪੂਰੇ ਪੰਜਾਬ ਦੇ ਇਹ ਤਿੰਨਾਂ ਇਲਾਕਿਆਂ ਦੇ ਸਿੰਘ ਇਕੱਠੇ ਹੋ ਗਏ, ਫਿਰ ਇਹਨਾਂ ਦੇ ਜਾਹੋ ਜਲਾਲ ਨੂੰ ਝੱਲਣਾ ਇਹ ਮੁਗਲਾਂ ਦੇ ਵੱਸ ਦੀ ਗੱਲ ਨਹੀਂ। ਅਜੇ ਥੋੜ੍ਹੇ ਜਿਹੇ ਸਿੰਘ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਸਨ ਔਰ ਬਹੁਤ ਵੱਡੀਆਂ ਜਿੱਤਾਂ ਉਹ ਜਿੱਤ ਚੁੱਕੇ ਸਨ। ਸਮਾਣੇ ਦੇ ਜਲਾਦ, ਉੱਥੋਂ ਦੀਆਂ ਜਿਹੜੀਆਂ ਵੱਡੀਆਂ ਵੱਡੀਆਂ 22 ਹਵੇਲੀਆਂ ਸਨ, ਅੱਗ ਦੀ ਭੇਂਟ ਕਰ ਦਿੱਤੀਆਂ ਗਈਆਂ। ਇਹ ਮਾਝੇ ਦੇ ਜਿਹੜੇ ਸਿੱਖ ਸਨ, ਇੱਕ ਪਸ਼ੌਰਾ ਸਿੰਘ ਸਨ, ਭਾਈ ਪਸ਼ੌਰਾ ਸਿੰਘ ਜੀ, ਉਹਨਾਂ ਨੇ ਸਾਰੇ ਖਰਚੇ ਪਾਣੀ ਦਾ ਪ੍ਰਬੰਧ ਕੀਤਾ। ਮਾਝੇ ਦੇ ਜਿਹੜੇ ਸਿੱਖ ਸਨ ਉਹ ਵੀ ਚੱਲੇ ਨੇ ਔਰ ਇਹਨਾਂ ਦਾ ਯੁੱਧ ਕੀਰਤਪੁਰ ਦੇ ਨੇੜੇ ਰੋਪੜ ਦੀ ਧਰਤੀ ਤੇ ਸਤਲੁਜ ਦੇ ਕਿਨਾਰੇ ਨਵਾਬ ਮਲੇਰਕੋਟਲੀਆਂ ਦੀ ਫੌਜ ਦੇ ਨਾਲ ਹੋਇਆ ਹੈ, ਜਿਨ੍ਹਾਂ ਦੀ ਅਗਵਾਈ ਕਰ ਰਿਹਾ ਸੀ ਮੁਹੰਮਦ ਸ਼ੇਰ ਖਾਂ, ਜਿਹਨੇ ਹਾਂ ਦਾ ਨਾਅਰਾ ਮਾਰਿਆ। ਇਹਦਾ ਭਰਾਤਾ ਖਵਾਜਾ ਖਿਜਰ ਖਾਂ ਮਹਿਮੂਦ ਅਲੀ ਖਾਂ, ਜਿਹੜਾ ਚਮਕੌਰ ਸਾਹਿਬ ਤੋਂ ਨਸ ਕਰਕੇ ਗਿਆ ਸੀ, ਇਹਦੇ ਭਤੀਜੇ ਨਸਤਰ ਵਲੀ ਖਾਂ ਆਦਿਕ ਜਿਹੜੇ ਸਾਰੇ ਜਰਨੈਲ ਸਨ, ਉਹਨਾਂ ਦਾ ਮੁਕਾਬਲਾ ਮਾਝੇ ਦੇ ਸਿੱਖਾਂ ਦੇ ਨਾਲ ਹੋਇਆ। ਬੇਸ਼ੱਕ ਇੱਕ ਸਮੇਂ ਜਿਹੜਾ ਮੈਦਾਨ ਸੀ ਉਹ ਮਲੇਰਕੋਟਲੀਆਂ ਦੇ ਹੱਥ ਰਿਹਾ, ਪਰ ਸਤਿਗੁਰੂ ਨੇ ਬਖਸ਼ਿਸ਼ ਕੀਤੀ। ਕੁਝ ਸਿੰਘ ਹੋਰ ਆਣ ਆਰ ਵਾਲੇ ਤੇ ਮਝੈਲੀਆਂ ਸਿੱਖਾਂ ਨੇ ਇਹਨਾਂ ਮਲੇਰਕੋਟਲੀਆਂ ਦਾ ਲੱਕ ਤੋੜ ਕੇ ਰੱਖ ਦਿੱਤਾ। ਇਹਦੇ ਭਤੀਜੇ ਇਹ ਨਵਾਬ ਦੇ ਜਿਹੜੇ ਭਰਾ ਸਨ ਉਹ ਜੰਗ ਦੇ ਅੰਦਰ ਮਾਰੇ ਗਏ, ਆਪ ਜ਼ਖਮੀ ਹੋ ਕਰਕੇ ਦੌੜਿਆ ਹੈ। ਬਨੂੜ ਤੋਂ ਅੱਗੇ ਖਰੜ ਹੈ। ਬਨੂੜ ਤੇ ਖਰੜ ਇਹ ਦੋਨਾਂ ਪਿੰਡਾਂ ਦੀ ਜੂਹ ਸੀ, ਜਿੱਥੇ ਇਹ ਮਝੈਲੀਏ ਸਿੱਖ ਬਾਬਾ ਬੰਦਾ ਸਿੰਘ ਬਹਾਦਰ ਦੀ ਫੌਜ ਦੇ ਨਾਲ ਆ ਰਲੇ ਨੇ।
ਜਦੋਂ ਖਾਲਸਾ ਇਕੱਠਾ ਹੋਇਆ, ਸਤਿਗੁਰੂ ਦਾ ਸ਼ੁਕਰ ਕੀਤਾ ਗਿਆ, ਬੋਲੇ ਸੁਨਿਹਾਲ ਸਤਿ ਸ਼੍ਰੀ ਅਕਾਲ ਦੇ ਜਕਾਰੇ ਛੱਡੇ ਗਏ। ਇੱਥੇ ਖੁੱਲ੍ਹੀਆਂ ਦੇਗਾਂ ਵਰਤਾਈਆਂ ਗਈਆਂ ਨੇ। ਇੱਥੋਂ ਹੀ ਫਿਰ ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹੰਦ ਨੂੰ ਫਤਿਹ ਕਰਨ ਦਾ ਨਿਰਣਾ ਕੀਤਾ ਔਰ ਵਜ਼ੀਰ ਖਾਨ ਨੂੰ ਇੱਕ ਚਿੱਠੀ ਲਿਖੀ ਹੈ, ਜਿਹਦੇ ਅੰਦਰ ਇਹ ਲਿਖਿਆ ਸੀ ਵੀ ਵਜ਼ੀਰ ਖਾਨ ਖਾਲਸਾ ਚੜ੍ਹ ਕੇ ਆ ਰਿਹਾ ਹੈ, ਜੋ ਹੀਆ ਕਰ ਸਕਦਾ ਕਰ ਲੈ, ਜੋ ਤੂੰ ਜਹਾਦ ਦਾ ਨਾਅਰਾ ਲਾਉਣਾ ਹੈ, ਜੋ ਤੂੰ ਫੌਜਾਂ ਇਕੱਠੀਆਂ ਕਰਨੀਆਂ ਨੇ, ਜੋ ਤੂੰ ਚਾਲਾਂ ਚੱਲਣੀਆਂ ਨੇ, ਚੱਲ ਲੈ, ਪਰ ਖਾਲਸਾ ਬਦਲਾ ਜ਼ਰੂਰ ਲਵੇਗਾ। ਇਹ ਸਰਹੰਦ ਉਜੜੇਗੀ ਜ਼ਰੂਰ। ਇਹ ਜਿਹੜੀਆਂ ਖਬਰਾਂ ਸਨ, ਇਹ ਜਦੋਂ ਚਿੱਠੀਆਂ ਨਵਾਬ ਨੂੰ ਮਿਲੀਆਂ, ਉਹਦੇ ਹੱਥਾਂ ਪੈਰਾਂ ਦੀ ਪੈ ਗਈ, ਮਾਨੋ ਪੈਰਾਂ ਦੇ ਥੱਲੋਂ ਜ਼ਮੀਨ ਨਿਕਲ ਗਈ। ਦੱਸਣ ਵਾਲੇ ਨੇ ਦੱਸਿਆ ਵੀ ਇਹ ਬੰਦਾ ਸਿੰਘ ਤਾਂ ਪਹਿਲਾਂ ਹੀ ਨਾਗ ਸੀ, ਪਰ ਗੁਰੂ ਦੇ ਦਿੱਤੇ ਹੋਏ ਤੀਰਾਂ ਨੇ ਇਹਨੂੰ ਫਣੀਅਰ ਬਣਾ ਦਿੱਤਾ ਹੈ, ਇਹ ਤੈਨੂੰ ਦੱਸਣ ਵਾਸਤੇ ਆ ਰਿਹਾ ਹੈ। ਰਣਨੀਤੀ ਤੋਂ ਕੰਮ ਲੈਂਦਿਆਂ ਹੋਇਆਂ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ 30,000 ਤੋਂ ਜਿਹੜੀ ਉੱਪਰ ਦੀ ਫੌਜ ਸੀ, ਸੀਮਤ ਮਾਤਰਾ ਦੇ ਅੰਦਰ ਹਥਿਆਰ ਸਨ ਔਰ ਥੋੜ੍ਹੇ ਬਹੁਤ ਚੰਗੀ ਨਸਲ ਦੇ ਘੋੜੇ ਸਨ ਔਰ ਕੋਈ ਬਹੁਤਾ ਗੋਲਾ ਬਰੂਦ ਵੀ ਨਹੀਂ ਸੀ। ਕੇਵਲ ਹੱਥਾਂ ਦੇ ਨੇਜੇ ਸ਼੍ਰੀ ਸਾਹਿਬ ਔਰ ਤੀਰ ਹੀ ਖਾਲਸਾ ਫੌਜ ਦੇ ਕੋਲ ਸਨ, ਪਰ ਰੋਹ ਬੜਾ ਸੀ, ਅੰਦਰ ਜਵਾਲਾ ਬੜੀ ਸੀ। ਹਰ ਇੱਕ ਸਿੱਖ ਇਸ ਸਰਹੰਦ ਨੂੰ ਜਿੱਤਦਿਆਂ ਹੋਇਆਂ ਜੇ ਸ਼ਹੀਦ ਵੀ ਹੋ ਜਾਵੇ, ਉਹ ਆਪਣੇ ਆਪ ਨੂੰ ਭਾਗਾਂ ਵਾਲਾ ਸਮਝਦਾ ਸੀ। ਚੱਪੜ ਚਿੜੀ ਦੇ ਮੈਦਾਨ 'ਤੇ, ਜਿੱਥੇ ਛੱਪੜਾਂ 'ਤੇ ਦਰਖਤਾਂ ਦੀ ਭਾਰੀ ਜਿਹੜੀ ਚਿੜੀ ਸੀ, ਇੱਕ ਭਾਰੀ ਜੰਗਲ ਸੀ, ਇੱਥੇ ਆ ਕਰਕੇ ਟਿਕਾਣਾ ਬਾਬਾ ਬੰਦਾ ਸਿੰਘ ਬਹਾਦਰ ਨੇ ਕੀਤਾ ਹੈ। ਦੂਜੇ ਪਾਸੇ ਹਿਸਾਰ ਤੋਂ ਲੈ ਕਰਕੇ ਗੁਜਰਾਤ ਤੱਕ ਦੇ ਜਿਹੜੇ ਗਾਜ਼ੀ ਸਨ, ਉਹ ਨਵਾਬ ਵਜ਼ੀਰ ਖਾਨ ਨੇ ਜਹਾਦ ਦੇ ਨਾਮ ਹੇਠ ਇਕੱਤਰ ਕੀਤੇ। ਹੋਰ ਵੀ ਸੂਬਿਆਂ ਦੀਆਂ ਸਰਦਾਰਾਂ ਦੀਆਂ ਜਿਹੜੀਆਂ ਫੌਜਾਂ ਸਨ, ਉਹਨਾਂ ਨੂੰ ਨਾਰ ਲਿਆ ਔਰ ਇਹਦੀ ਜਿਹੜੀ ਫੌਜ ਦੀ ਗਿਣਤੀ ਹੈ ਉਹ 40,000 ਤੋਂ ਉੱਪਰ ਦੀ ਸੀ। ਵਧੀਆ ਕਿਸਮ ਦੀਆਂ 50 ਤੋਪਾਂ, ਚੰਗੇ ਕਿਸਮ ਦੇ 10,000 ਤੋਂ ਉੱਪਰ ਦੇ ਘੋੜੇ, 2,000 ਤੋਂ ਉੱਪਰ ਦੇ ਹਾਥੀ ਔਰ ਬਹੁਤ ਜ਼ਿਆਦਾ ਗੋਲਾ ਸਿੱਕਾ ਔਰ ਜਿਹੜੀ ਰਸਤ ਸੀ ਉਹ ਵਜ਼ੀਰ ਖਾਨ ਦੇ ਕੋਲ ਮੌਜੂਦ ਹੈ। 12 ਮਈ ਸਨ 1710 ਅੰਮ੍ਰਿਤ ਵੇਲੇ ਤੋਂ ਇਹ ਚੱਪੜ ਚਿੜੀ ਦੇ ਮੈਦਾਨ ਦੇ ਉੱਤੇ ਇੱਕ ਫੈਸਲਾਕੁਨ ਯੁੱਧ ਪ੍ਰਾਰੰਭ ਹੋਇਆ ਹੈ। ਬਾਬਾ ਬੰਦਾ ਸਿੰਘ ਬਹਾਦਰ ਉੱਚੀ ਟਿੱਬੀ ਤੇ ਬੈਠ ਕਰਕੇ ਇਹ ਯੁੱਧ ਨੂੰ ਨਿਹਾਰ ਰਹੇ ਸਨ। ਇਸ ਤੋਂ ਪਹਿਲਾਂ ਵਜ਼ੀਰ ਖਾਨ ਨੇ ਚਾਲ ਵੀ ਚੱਲੀ, ਜਿਹੜਾ ਸੁੱਚਾ ਆਨੰਦ ਸੀ ਉਹਦੇ ਭਤੀਜੇ ਗੰਡਾ ਮੱਲ ਨੂੰ 2,000 ਸਿਪਾਹੀ ਦੇ ਕਰਕੇ ਬਾਬਾ ਬੰਦਾ ਸਿੰਘ ਬਹਾਦਰ ਦੀ ਫੌਜ ਦੇ ਅੰਦਰ ਉਹ ਆ ਕਰਕੇ ਭਰਤੀ ਹੋਇਆ। ਇੱਕ ਸਾਜ਼ਿਸ਼ ਸੀ ਕਿ ਜਦੋਂ ਜਿਹੜੀ ਲੜਾਈ ਹੈ ਉਹ ਬਿਲਕੁਲ ਗਹਿ-ਗਾਚ 'ਚ ਸਿਖਰ 'ਤੇ ਹੋਵੇਗੀ, ਉਸ ਸਮੇਂ ਇਹ ਜਿਹੜੇ ਸਿਪਾਹੀ ਨੇ ਇੱਕਦਮ ਬਾਬਾ ਬੰਦਾ ਸਿੰਘ ਬਹਾਦਰ ਦੀ ਖਾਲਸੀ ਫੌਜ ਦੇ ਵਿੱਚੋਂ ਨੱਠ ਉੱਠਣਗੇ ਔਰ ਇਹਨਾਂ ਦੇ ਨੱਠਣ ਦੇ ਨਾਲ ਫੌਜ ਦੇ ਅੰਦਰ ਜਿਹੜੀ ਹੜਬੜੀ ਪੈਦਾ ਹੋ ਜਾਵੇਗੀ। ਪਰ ਉਹ ਗੁਰੂ ਅੱਜ ਖਾਲਸੇ ਦੇ ਵੱਲ ਸੀ। ਇਹਨਾਂ ਸਭ ਕੁਝ ਕੀਤਾ, ਪਰ ਖਾਲਸਾ ਉਹ ਮੈਦਾਨੇ ਜੰਗ ਦੇ ਅੰਦਰ ਡਟਿਆ ਰਿਹਾ। ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੇ ਦੇਖਿਆ ਵੀ ਖਾਲਸੀ ਫੌਜਾਂ ਦੇ ਜਿਹੜੇ ਮੈਦਾਨ ਨੇ, ਜਿਹੜੇ ਪੈਰ ਨੇ, ਉਹ ਮੈਦਾਨ ਦੇ ਵਿੱਚੋਂ ਪੱਟੇ ਜਾ ਰਹੇ ਨੇ, ਆਪ ਇਹ ਗੁਰੂ ਕਾ ਸ਼ੇਰ ਤੂਫਾਨ ਦੀ ਤਰ੍ਹਾਂ ਆਇਆ ਔਰ ਆਉਂਦਿਆਂ ਸਾਰ ਹੀ ਇਹ ਗੁਰੂ ਕੇ ਸਿੱਖ ਦੀ ਲਲਕਾਰ ਨੇ ਜਿਹੜੇ ਮੈਦਾਨੇ ਜੰਗ ਦਾ ਸੀ ਉਹ ਪਾਸਾ ਪਲਟ ਕੇ ਰੱਖ ਦਿੱਤਾ। ਸਿੰਘਾਂ ਦੇ ਅੰਦਰ ਦਾ ਰੋਹ ਉਹ ਹਾਥੀਆਂ ਦੇ ਉੱਤੇ, ਉਹ ਮੁਜ਼ਾਇਲਾਂ ਦੇ ਉੱਤੇ ਵੀ ਭਾਰੀ ਪੈ ਰਿਹਾ ਸੀ। ਵੱਡੇ ਵੱਡੇ ਜਿਹੜੇ ਮੁਗਲ ਫੌਜ ਦੇ ਜਰਨੈਲ ਸਨ ਇਸ ਜੰਗ ਦੇ ਅੰਦਰ ਮਾਰੇ ਗਏ। ਵਜ਼ੀਰ ਖਾਨ ਜਿਹੜਾ ਹਾਥੀ ਤੇ ਸਵਾਰ ਸੀ, ਹਾਥੀ ਤੋਂ ਉਤਰ ਕਰਕੇ ਆਪ ਘੋੜੇ ਦੇ ਉੱਤੇ ਚੜ੍ਹ ਕੇ ਉਹ ਮੈਦਾਨੇ ਜੰਗ ਦੇ ਅੰਦਰ ਆ ਨਿਤਰਿਆ। ਉਹਨੇ ਬਾਬਾ ਬਾਜ ਸਿੰਘ ਨੂੰ ਲਲਕਾਰਿਆ ਹੈ ਔਰ ਬਾਬਾ ਬਾਜ ਸਿੰਘ ਜੀ ਨੂੰ ਉਹਨੇ ਜਦੋਂ ਬਰਛੀ ਦਾ ਵਾਰ ਕੀਤਾ, ਉਹ ਬਰਛੀ ਉਹਦੇ ਪਾਸੋਂ ਖੋਹ ਕਰਕੇ ਬਾਬਾ ਬਾਜ ਸਿੰਘ ਜੀ ਨੇ ਵਜ਼ੀਰ ਖਾਨ ਦਾ ਜਿਹੜਾ ਘੋੜਾ ਸੀ ਉਹਦੇ ਸਿਰ ਦੇ ਅੰਦਰ ਮਾਰੀ। ਜਿਵੇਂ ਹੀ ਘੋੜਾ ਜ਼ਖਮੀ ਹੋ ਕਰਕੇ ਡਿੱਗਾ ਤੇ ਵਜ਼ੀਰ ਖਾਨ ਨੇ ਆਪਣੇ ਪੱਥੇ ਦੇ ਵਿੱਚੋਂ ਤੀਰ ਉਹ ਕਮਾਨ ਤੇ ਚੜਾ ਕਰਕੇ ਬਾਬਾ ਬਾਜ ਸਿੰਘ ਦੇ ਮਾਰਿਆ, ਜਿਹੜਾ ਸੱਜੀ ਬਾਹ ਨੂੰ ਵਿੰਨ ਕੇ ਉਹ ਅਗਾਂਹ ਜਾ ਨਿਕਲਿਆ। ਇੰਨੇ ਸਮੇਂ ਦੇ ਅੰਦਰ ਬਾਬਾ ਫਤਿਹ ਸਿੰਘ ਜੀ, ਜਿਨ੍ਹਾਂ ਨੂੰ ਬਾਬਾ ਬੰਦਾ ਸਿੰਘ ਬਹਾਦਰ ਨੇ ਸਮਾਣਾ ਜਿੱਤਣ ਤੋਂ ਪਿੱਛੋਂ ਉੱਥੋਂ ਦਾ ਫੌਜਦਾਰ ਥਾਪਿਆ ਸੀ, ਉਹ ਆ ਧਬਕੇ ਔਰ ਐਸਾ ਭਰਮਾ ਵਾਰ
ਵਜ਼ੀਰ ਖਾਨ ਦੇ ਤਨ ਦੇ ਉੱਤੇ ਕੀਤਾ ਗਿਆ ਕਿ ਜਿਹੜੀ ਤੇਗ ਸੀ ਇਹ ਖੱਬੇ ਮੋਢੇ ਤੋਂ ਚੀਰਦੀ ਹੋਈ ਪੇਟ ਦੀਆਂ ਆਂਦਰਾਂ ਨੂੰ ਚੀਰਦੀ ਹੋਈ ਉਹ ਸੱਜੀ ਵੱਖੀ ਦੇ ਰਾਹੀਂ ਉਹ ਬਾਹਰ ਨਿਕਲੀ ਹੈ। 2 ਟੋਟੇ ਹੋ ਕਰਕੇ ਜਿਹੜਾ ਵਜੀਦਾ ਹੈ ਉਹ ਮੈਦਾਨੇ ਜੰਗ ਦੇ ਅੰਦਰ ਆ ਡਿੱਗਾ। ਕਿਤੇ ਸਾਹਿਬਜ਼ਾਦਿਆਂ ਨੇ ਆਖਿਆ ਸੀ, ਜਦੋਂ ਵਜ਼ੀਰ ਖਾਨ ਨੇ ਆਖਿਆ ਸੀ ਨਾ ਵੀ ਜੇ ਤੁਹਾਨੂੰ ਛੱਡ ਦਿੱਤਾ ਜਾਵੇ ਕੀ ਕਰੋਗੇ, ਤੇ ਸਾਹਿਬਜ਼ਾਦਿਆਂ ਆਖਿਆ ਵਿੱਚ ਜੰਗਲਾਂ ਜਾਵਾਂਗੇ, ਸਿੱਖਾਂ ਜੋੜ ਲਿਆਵਾਂਗੇ, ਸ਼ਸਤਰ ਇਕੱਠੇ ਕਰਾਂਗੇ, ਘੋੜਿਆਂ ਤੇ ਚੜਾਂਗੇ, ਨਾਲ ਤੁਸਾਂ ਦੇ ਲੜਾਂਗੇ। ਮੈਂ ਕਿਹਾ ਕਿੰਨਾ ਕੁ ਚਿਰ, ਜੇ ਫਿਰ ਪਕੜੇ ਗਏ ਜਾਂ ਫਿਰ ਮਾਰੇ ਗਏ। ਤੇ ਸਾਹਿਬਜ਼ਾਦਿਆਂ ਆਖਿਆ ਸੀ ਵਜ਼ੀਰ ਖਾਨ ਬਹੁਤੀਆਂ ਗੱਲਾਂ ਨਾ ਕਰ, ਖਾਲਸਾ ਉਹਨਾਂ ਚਿਰ ਚੜ੍ਹ ਕੇ ਆਉਂਦਾ ਰਹੇਗਾ ਜਿੰਨਾ ਚਿਰ ਤੇਰੇ ਤਨ ਦੇ 2 ਟੁਕੜੇ ਨਹੀਂ ਕਰ ਦਿੰਦਾ। ਜੜ ਜ਼ੁਲਮ ਦੀ ਪੁੱਟਾਂਗੇ, ਵਿੱਚ ਦਰਿਆਏ ਸੁੱਟਾਂਗੇ। ਉਹ 7 ਸਾਲ ਦੇ ਬਾਬਾ ਫਤਿਹ ਸਿੰਘ, ਉਹ ਬ੍ਰਹਮ ਗਿਆਨੀ, ਉਹ ਸਾਡੇ ਗੁਰੂ ਕੇ ਲਾਲ, ਉਹਨਾਂ ਦੇ ਬੋਲ 7 ਹੋਏ, ਵਜੀਦੇ ਦੇ 2 ਟੁਕੜੇ ਹੋਏ ਔਰ ਟੁਕੜੇ ਕਰਨ ਵਾਲਾ ਵੀ ਬਾਬਾ ਫਤਿਹ ਸਿੰਘ ਸੀ। ਬਸ ਵਜ਼ੀਰ ਖਾਨ ਦਾ ਮੈਦਾਨੇ ਜੰਗ ਦੇ ਅੰਦਰ ਡਿੱਗਣਾ ਸੀ। ਜਿਹੜੀ ਮੁਗਲ ਫੌਜ ਸੀ ਉਹ ਸਭ ਕੁਝ ਛੱਡ ਕੇ ਹਰਨ ਹੋ ਗਈ। ਇਹ ਮੈਦਾਨ ਖਾਲਸੇ ਦੇ ਹੱਥ ਦੇ ਅੰਦਰ ਰਿਹਾ। ਇੱਥੇ ਫਿਰ ਜਿੱਤ ਦੇ ਜਕਾਰੇ ਛੱਡੇ ਗਏ, ਜਿੱਤ ਦਾ ਨਗਾਰਾ ਵੱਜਿਆ। ਔਰ ਇਸ ਤੋਂ ਦੂਸਰੇ ਦਿਨ 13 ਮਈ ਨੂੰ ਜਿਹੜੇ ਜ਼ਖਮੀ ਸਿੰਘ ਸਨ ਉਹਨਾਂ ਨੂੰ ਮਲਮ ਪੱਟੀ ਕੀਤੀ ਗਈ। ਜਿਹੜੇ ਸ਼ਹਾਦਤ ਦਾ ਜਾਮ ਪੀ ਚੁੱਕੇ ਸਨ ਉਹਨਾਂ ਦਾ ਸੰਸਕਾਰ ਕੀਤਾ ਗਿਆ। ਔਰ 14 ਮਈ ਨੂੰ ਇੱਕ ਜੇਤੂ ਫੌਜ ਦੇ ਰੂਪ ਦੇ ਅੰਦਰ ਜਿਹੜਾ ਖਾਲਸਾ ਸੀ ਉਹ ਸਰਹੰਦ ਦੇ ਅੰਦਰ ਦਾਖਲ ਹੋਇਆ। ਇੱਥੇ ਵੀ ਮੁਕਾਬਲਾ ਹੋਇਆ, ਪਰ ਖਾਲਸਾ ਸਰਹੰਦ ਦੇ ਅੰਦਰ ਜਾ ਵੜਿਆ। ਸਰਹੰਦ ਦੀ ਇੱਟ ਦੇ ਨਾਲ ਇੱਟ ਖੜਕਾਈ ਗਈ। ਜਿਹੜੇ ਵੱਡੇ ਵੱਡੇ ਜ਼ਾਲਮ ਸਨ ਉਹਨਾਂ ਦੇ ਘਰ-ਬਾਰ ਉਜਾੜ ਕਰਕੇ ਖਾਲਸੇ ਨੇ ਰੱਖ ਦਿੱਤੇ। ਸੁੱਚਾ ਨੰਦ ਦੇ ਉਹ ਕਾਬੂ ਆ ਗਿਆ, ਉਹਦੀ ਨੱਕ ਦੇ ਅੰਦਰ ਨੱਥ ਪਾ ਕਰਕੇ ਸਰਹੰਦ ਦੇ ਅੰਦਰ ਘੁਮਾਇਆ ਗਿਆ। ਇੱਟੇ ਰੋੜੇ ਖਾਂਦਾ ਹੋਇਆ, ਉਹ ਲਾਹਣਤਾਂ ਖਾਂਦਾ ਹੋਇਆ, ਉਹ ਪਾਪੀ ਵੀ ਨਰਕ ਸੁਧਾਰ ਗਿਆ। ਵਜ਼ੀਰ ਖਾਨ ਦੀ ਜਿਹੜੀ ਲਾਸ਼ ਦੇ ਟੁਕੜੇ ਸਨ ਉਹਨਾਂ ਨੂੰ ਬਲਦਾਂ ਦੇ ਪਿੱਛੇ ਪਾ ਕਰਕੇ ਘਸੀਟਿਆ ਗਿਆ, ਫਿਰ ਜੰਡ ਦੇ ਨਾਲ ਟੰਗਿਆ ਗਿਆ, ਫਿਰ ਅੱਗ ਦੇ ਅੰਦਰ ਸੁੱਟ ਦਿੱਤਾ ਗਿਆ। ਇਹ ਫੌਜ ਦੇ ਅੰਦਰ, ਖਾਲਸੇ ਫੌਜ ਦੇ ਅੰਦਰ 2 ਸਿੰਘ ਸਨ, ਆਲੀ ਸਿੰਘ ਤੇ ਭਾਈ ਮਾਲੀ ਸਿੰਘ ਜੀ, ਜਿਹੜੇ ਕਿਸੇ ਸਮੇਂ ਵਜ਼ੀਰ ਖਾਨ ਦੇ ਕੋਲ ਉਹ ਕੋਤਵਾਲੀ ਕਰਦੇ ਸਨ, ਨੌਕਰੀ ਕਰਦੇ ਸਨ, ਚੰਗਾ ਅਹੁਦਾ ਸੀ। ਪਰ ਜਦੋਂ ਵਜ਼ੀਰ ਖਾਨ ਵਾਰ-ਵਾਰ ਗੁਰੂ ਕੇ ਸ਼ਾਨ ਦੇ ਖਿਲਾਫ ਬੋਲਦਾ ਸੀ ਤੇ ਖਾਲਸਾ ਇਹ ਸਹਾਰ ਨਾ ਸਕਿਆ ਤੇ ਵਜ਼ੀਰ ਖਾਨ ਦੇ ਅੱਗੇ ਕੁਝ ਬੋਲੇ, ਜਿਸ ਕਰਕੇ ਇਹਨਾਂ ਨੂੰ ਕੈਦ ਕਰ ਦਿੱਤਾ ਗਿਆ। ਪਰ ਉਹ ਕੈਦ ਦੇ ਵਿੱਚੋਂ ਦੌੜ ਕਰਕੇ ਕਿਸੇ ਤਰ੍ਹਾਂ ਇਹ ਖਾਲਸੀ ਫੌਜ ਦੇ ਅੰਦਰ ਜਾ ਰਲੇ ਸਨ। ਇਸ ਭਾਈ ਆਲੀ ਸਿੰਘ ਦੇ ਦੋਨੋਂ ਪੁੱਤਰ ਸ਼ਹੀਦ ਹੋ ਗਏ। ਪਰ ਜਦੋਂ ਅਫਸੋਸ ਕੀਤਾ ਗਿਆ, ਉਹਨੇ ਆਖਿਆ ਨਹੀਂ, ਇਹ ਪੰਥ ਤੋਂ ਕੁਰਬਾਨ ਹੋਏ ਨੇ। ਉਹ ਚੜ੍ਹਦੀ ਕਲਾ ਦੇ ਅੰਦਰ ਸੀ। ਪਰ ਬਾਬਾ ਬੰਦਾ ਸਿੰਘ ਬਹਾਦਰ ਨੇ 5 ਪਿਆਰਿਆਂ ਨੂੰ ਆਖਿਆ ਤੁਸੀਂ ਅਰਦਾਸ ਕਰੋ, ਕਲਗੀਧਰ ਪਾਤਸ਼ਾਹ ਜੀ ਦੇ ਚਰਨਾਂ 'ਚ ਇਹਨੂੰ 2 ਪੁੱਤਰਾਂ ਦੀ ਦਾਤ ਹੋਰ ਦੇਵੇ। ਉਹ ਅਰਦਾਸ ਪ੍ਰਵਾਨ ਹੋਈ। ਅੱਗੇ ਚੱਲ ਕਰਕੇ ਇਹਨੂੰ 2 ਪੁੱਤਰਾਂ ਦੀ ਦਾਤ ਮਿਲੀ। ਇਸੇ ਆਲੀ ਸਿੰਘ ਮਾਲੀ ਸਿੰਘ ਜਿਹੜੇ ਸਰਹੰਦ ਦੇ ਚੱਪੇ ਤੋਂ ਜਾਣੂ ਸਨ, ਬਾਬਾ ਬੰਦਾ ਸਿੰਘ ਬਹਾਦਰ ਨੇ ਆਖਿਆ ਭਾਈ ਆਲੀ ਸਿੰਘਾ, ਮੈਨੂੰ ਉਹ ਅਸਥਾਨ ਦੇ ਦਰਸ਼ਨ ਕਰਾ, ਉਹਨਾਂ ਨੀਹਾਂ ਦੇ ਦਰਸ਼ਨ ਕਰਾ ਜਿੱਥੇ ਮੇਰੇ ਗੁਰੂ ਕੇ ਸਾਹਿਬਜ਼ਾਦਿਆਂ ਦਾ ਖੂਨ ਡੁੱਲਾ ਹੈ। ਭਾਈ ਆਲੀ ਸਿੰਘ ਨੇ ਉਹ ਨੀਹਾਂ ਦਿਖਾਈਆਂ ਤੇ ਅੱਜ ਬਾਬਾ ਬੰਦਾ ਸਿੰਘ ਬਹਾਦਰ ਉਹਨਾਂ ਨੀਹਾਂ ਦੇ ਉੱਤੇ ਸਿਰ ਰੱਖ ਕੇ ਤਾਹਾਂ ਮਾਰ ਕੇ ਰੋਆ ਹੈ। ਨਾਨਕ ਰੁੰਨਾ ਬਾਬਾ ਜਾਣੀਏ ਜੇ ਰੋਵੇ ਲਾਏ ਪਿਆਰੋ। ਅੱਜ ਉਹ ਸਾਹਿਬਜ਼ਾਦਿਆਂ ਦੇ ਪਿਆਰ ਦੇ ਅੰਦਰ ਖਾਲਸੇ ਨੇ ਇੱਥੇ ਬਰਾਗ ਦੇ ਜਿਹੜੇ ਅਥਰੂ ਸਨ ਉਹ ਵੀ ਘੇਰੇ। ਇੱਥੇ ਫਿਰ ਇਹਨਾਂ ਨੀਹਾਂ ਦੇ ਉੱਤੇ ਹੀ ਬਾਬਾ ਬੰਦਾ ਸਿੰਘ ਬਹਾਦਰ ਨੇ 14 ਮਈ ਸਨ 1710 ਨੂੰ ਕੇਸਰੀ ਨਿਸ਼ਾਨ ਸਾਹਿਬ ਚੜ੍ਹਾ ਕਰਕੇ ਖਾਲਸਾ ਰਾਜ ਦੀ ਸਲਤਨਤ ਦਾ ਜਿਹੜਾ ਸੀ ਮੁੱਢ ਬੰਨਿਆ। ਖਾਲਸਾ ਰਾਜ ਦੀ ਸਥਾਪਨਾ ਕੀਤੀ। ਜੋ ਸਾਹਿਬਜ਼ਾਦਿਆਂ ਨੇ ਬਚਨ ਆਖੇ ਸਨ, हम जान दे के औरों की जानें बचा चलें, सिक्खी की नीम है सरों पे उठा चलें, गुरियाई का किस्सा है जहाँ में बना चलें, सिंहों की सल्तनत का पौधा लगा चलें, गद्दी ताजो तख्त बस अब कौम पाएगी, दुनिया में जालमों का निशान तक मिटाएगी। वो बचन सत होए जिसनों अल्लाह यार खां जोगी लिखते ने। जोगी जी इसके बाद हुई थोड़ी ही देर थी, बस्ती सरहंद शहर की ईंटों का ढेर सी थी। ये खालसा फौज ने सरहंद नूं जित्तिया, सरहंद नूं फतेह कीता। ये बहुत ही
ਸਾਡਾ ਸ਼ਾਨ ਮੱਤਾ ਮਾਣ ਮੱਤਾ ਇਤਿਹਾਸ ਹੈ। ਬਾਬਾ ਬੰਦਾ ਸਿੰਘ ਬਹਾਦਰ ਨੇ ਗੁਰੂ ਨਾਨਕ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਨਾਮ ਦੇ ਉੱਤੇ ਰਾਜ ਸਥਾਪਿਤ ਕੀਤਾ। ਜਿਹੜੀ ਮੋਹਰ ਸੀ ਉਹ ਵੀ ਗੁਰੂ ਨਾਨਕ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਨਾਮ ਦੇ ਉੱਤੇ ਸੀ, ਜਿੰਦੇ ਬੋਲ ਸਨ ਦੇਗੋ ਤੇਗੋ ਫਤਿਹ ਨੁਸਰਤ ਬੇਦਰੰਗ ਜ਼ਾਫਤ ਅਜ਼ ਨਾਨਕ ਗੁਰੂ ਗੋਬਿੰਦ ਸਿੰਘ। ਨਾਨਕ ਸ਼ਾਹੀ ਕੈਲੰਡਰ ਦੀ ਆਰੰਭਤਾ ਕੀਤੀ ਔਰ ਇਸ ਮਾਣਮੱਤੇ ਸ਼ਾਨਮੱਤੇ ਇਤਿਹਾਸ ਨੂੰ ਆਪਣੇ ਬੱਚਿਆਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰੀਏ। ਅੱਜ ਵੀ ਖਾਲਸਾ ਸਮਰੱਥ ਹੈ ਜੇ ਖਾਲਸੇ ਦੇ ਅੰਦਰ ਇਕੱਤਰਤਾ ਹੋ ਜਾਵੇ। ਅੱਜ ਵੀ ਇਹ ਵੱਡੇ ਤੋਂ ਵੱਡੇ ਜ਼ੁਲਮ ਦੀ ਜਿਹੜੀ ਜੜ ਪੁੱਟਣ ਦੇ ਇਹ ਸਮਰੱਥ ਹੈ। ਇਹਨੂੰ ਸਤਿਗੁਰੂ ਨੇ ਐਸੀ ਤਾਕਤ ਐਸੀ ਸਮਰੱਥਾ ਬਖਸ਼ਿਸ਼ ਕੀਤੀ ਹੈ ਜਿਨ੍ਹਾਂ ਤੋੜਨੀ ਹੈ। ਕੰਧ ਸਰਹੰਦ ਵਾਲੀ ਸਾਡੇ ਅਜੇ ਉਹ ਹਥਿਆਰ ਜਿਉਂਦੇ ਗੂਠਾ ਲਾਇਆ ਨਹੀਂ, ਜਿਨ੍ਹਾਂ ਬਦਾਵਿਆਂ ਤੇ ਸਿੰਘ ਅਜੇ ਵੀ ਲੱਖਾਂ ਹਜ਼ਾਰ ਜਿਉਂਦੇ। ਆਪ ਜੀ ਨੂੰ ਇਸ ਮਹਾਨ ਦਿਹਾੜੇ ਸਰਹੰਦ ਫਤਿਹ ਦਿਵਸ ਦੀਆਂ ਬਹੁਤ ਬਹੁਤ ਮੁਬਾਰਕਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।